हाँ जी, गुरु स्टडी पॉइंट ਤੇ ਆਪ ਜੀ ਦਾ ਸਵਾਗਤ ਹੈ ਦੋਸਤੋ। ਲੈ ਕੇ ਆਏ ਆ ਐਸਐਸਟੀ ਦੇ ਨਾਲ ਸੰਬੰਧਿਤ ਹਿਸਟਰੀ ਦਾ ਆਪਣਾ ਅਗਲਾ ਲੈਕਚਰ ਹੈਗਾ 20 ਨੰਬਰ। ਸੋ 19 ਲੈਕਚਰ ਤੁਸੀਂ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਦੇ ਸਕਦੇ ਹੋ। ਤੁਸੀਂ ਆਪਣੇ ਚੈਨਲ ਦੀ ਪਲੇਲਿਸਟ ਖੋਲ੍ਹਣੀ ਹੈ। ਪਲੇਲਿਸਟ ਦੇ ਵਿੱਚ ਇੱਕ ਫੋਲਡਰ ਬਣਿਆ ਹੋਊਗਾ ਐਸਐਸਟੀ ਬ੍ਰੈਕਟ ਦੇ ਵਿੱਚ ਐਸਐਸਟੀ ਮਾਸਟਰ ਕੇਡਰ ਬ੍ਰੈਕਟ ਦੇ ਵਿੱਚ ਲਿਖਿਆ ਹੋਊ ਹਿਸਟਰੀ। ਉਹ ਜੇਕਰ ਤੁਸੀਂ ਪਲੇਲਿਸਟ ਖੋਲੋਗੇ ਤੁਹਾਡੇ ਕੋਲ 1 ਤੋਂ ਲੈ ਕੇ 20 ਤੱਕ ਇਹ ਲੈਕਚਰ ਖੁੱਲ੍ਹ ਜਾਣਗੇ ਅੱਜ ਦੇ ਦਿਨ 'ਚ। ਸੋ ਅੱਗੇ ਲੈਕਚਰ ਆਪਾਂ ਅਪਡੇਟ ਕਰਦੇ ਰਹਾਂਗੇ, ਪਾਉਂਦੇ ਰਹਾਂਗੇ। ਸੋ ਇਹਦੇ ਵਿੱਚ ਤੁਸੀਂ ਮਤਲਬ ਦਿੱਲੀ ਸਲਤਨਤ ਤੱਕ ਹੜੱਪਾ ਸੱਭਿਅਤਾ ਤੋਂ ਲੈ ਕੇ ਸਾਰਾ 20 ਲੈਕਚਰਾਂ 'ਚ ਪੜ੍ਹ ਸਕਦੇ ਹੋ। ਅੱਜ ਆਪਣਾ ਮਤਲਬ ਤੁਗਲਕ ਵੰਸ਼ ਅਤੇ ਸੈਯਦ ਵੰਸ਼ ਦੇ ਨਾਲ ਸੰਬੰਧਿਤ ਹੈਗਾ ਸਾਰਾ ਲੈਕਚਰ। ਸੋ ਆਪਣਾ ਅੱਗੇ ਲੋਧੀ ਵੰਸ਼ ਰਹਿ ਜੂਗਾ ਦਿੱਲੀ ਸਲਤਨਤ ਦੇ ਵਿੱਚ, ਉਹ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਸੋ ਇਹਦੇ ਵਿੱਚ ਮਿਕਸ ਹੋਊਗਾ। ਤੁਗਲਕ ਵੰਸ਼ ਦਾ ਇੱਕ ਲੈਕਚਰ ਆਪਾਂ ਪਹਿਲਾਂ ਪਾ ਚੁੱਕੇ ਹਾਂ। ਸੋ ਮੁਹੰਮਦ ਬਿਨ ਤੁਗਲਕ ਦੇ ਤੱਕ ਅੱਜ ਫਿਰੋਜ਼ ਸ਼ਾਹ ਤੁਗਲਕ ਤੋਂ ਸ਼ੁਰੂ ਕਰਾਂਗੇ। ਸੈਯਦ ਵੰਸ਼ ਦਾ ਵੀ ਇਹਦੇ ਵਿੱਚ ਜ਼ਿਕਰ ਕਰਾਂਗੇ। ਸੋ 20 ਪ੍ਰਸ਼ਨ ਲੈ ਕੇ ਆਏ ਹਾਂ ਜੀ ਅੱਜ ਇਸ ਲੈਕਚਰ ਦੇ ਵਿੱਚ। 20 ਪ੍ਰਸ਼ਨ ਹੋਣਗੇ। ਅਤੇ ਜਿਹੜੇ ਦੋਸਤ ਐਸਐਸਟੀ ਮਾਸਟਰ ਕੇਡਰ ਹਿਸਟਰੀ ਵਿਸ਼ੇ ਨਾਲ ਸੰਬੰਧਿਤ ਤਿਆਰੀ ਕਰਨਾ ਚਾਹੁੰਦੇ ਨੇ, ਚਾਹੇ ਉਹ ਲੈਕਚਰਾਰ ਕਾਡਰ ਦੀ ਹੈ, ਹਿਸਟਰੀ ਦਾ ਲੈਕਚਰਾਰ ਵਿਸ਼ੇ ਦੀਆਂ ਪੋਸਟਾਂ ਦੇ ਨਾਲ ਸੰਬੰਧਿਤ ਹੈ, ਚਾਹੇ ਐਸਐਸਟੀ ਦਾ ਹਿਸਟਰੀ ਅਤੇ ਪੋਲੀਟੀਕਲ ਸਾਇੰਸ ਦਾ, ਸੋ ਉਹ ਆਪਾਂ ਤੋਂ ਨੋਟਸ ਪ੍ਰਾਪਤ ਕਰ ਸਕਦੇ ਆ ਜੀ। ਬਹੁਤ ਵਧੀਆ ਤਰੀਕੇ ਨਾਲ ਟਾਈਪ ਕੀਤੇ ਹੋਏ ਨੋਟਸ ਨੇਗੇ। ਸੋ ਤੁਹਾਨੂੰ ਉਹ ਸਿਰਫ 800 ਰੁਪਏ ਦੇ ਵਿੱਚ ਪ੍ਰਾਪਤ ਹੋ ਜਾਣਗੇ PDF ਫਾਈਲਾਂ ਦੇ ਰੂਪ ਦੇ ਵਿੱਚ। ਅਤੇ ਤੁਸੀਂ ਆਪਣਾ ਪ੍ਰਿੰਟ ਆਊਟ ਕਢਵਾ ਸਕਦੇ ਹੋ ਉਹਦਾ। ਅਤੇ ਇਹ ਮਤਲਬ 100% ਗਰੰਟੀ ਹੋਊਗੀ ਪੇਪਰ ਦੀ ਉਹਦੇ ਵਿੱਚੋਂ ਆਉਣ ਦੀ। ਸਿਲੇਬਸ ਦੇ ਮੁਤਾਬਕ ਹੋਣਗੇ ਤੁਹਾਡਾ ਮਾਸਟਰ ਕੇਡਰ ਦਾ ਜਿਹੜਾ ਸਿਲੇਬਸ ਹੋਊਗਾ। ਸੋ ਇਹਦੇ ਲਈ ਤੁਸੀਂ ਫ਼ੋਨ ਕਰ ਸਕਦੇ ਹੋ ਇਸ ਨੰਬਰ 'ਤੇ। ਬਾਕੀ ਆਪਾਂ ਪ੍ਰਸ਼ਨ ਸ਼ੁਰੂ ਕਰਦੇ ਹਾਂ। ਫਿਰ ਨੰਬਰ ਨੋਟ ਕਰ ਲਓ 88 474 88 474 77 007 77 007। ਇਹ ਨੰਬਰ 'ਤੇ ਸਾਰੀ ਜਾਣਕਾਰੀ ਲੈ ਸਕਦੇ ਹੋ। ਆਪਣੇ ਚੈਨਲ 'ਤੇ ਜਾ ਕੇ ਤੁਸੀਂ ਡੈਮੋ ਵੀਡੀਓ ਵੀ ਦੇਖ ਸਕਦੇ ਹੋ ਨੋਟਸਾਂ ਦੀ। ਆਪਾਂ ਸ਼ੁਰੂ ਕਰ ਲਈਏ ਜੀ ਪ੍ਰਸ਼ਨ। ਦੀਵਾਨ-ਏ ਖੈਰਾਤ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ? ਸੋ ਇਹ ਵਿਭਾਗ ਬਣਾਇਆ ਹੋਇਆ ਸੀ ਜੀ ਦੀਵਾਨ-ਏ ਖੈਰਾਤ। ਇਸ ਵਿਭਾਗ ਦੀ ਜਿਹੜੀ ਹੈਗੀ ਆ ਸਥਾਪਨਾ ਉਹ ਕਿਹਨੇ ਕੀਤੀ ਸੀਗੀ? ਇਲਤੁਤਮਿਸ਼ ਨੇ, ਬਲਬਨ ਨੇ, ਰਜ਼ੀਆ ਸੁਲਤਾਨਾ ਨੇ, ਫਿਰੋਜ਼ ਸ਼ਾਹ ਤੁਗਲਕ ਨੇ। ਸੋ ਇਹ ਆਪਸ਼ਨ ਨੰਬਰ 4 ਸਹੀ ਹੈ ਜੀ। ਫਿਰੋਜ਼ ਸ਼ਾਹ ਤੁਗਲਕ ਨੇ ਕੀਤੀ ਸੀ ਦੀਵਾਨ-ਏ ਖੈਰਾਤ ਵਿਭਾਗ ਦੀ ਸਥਾਪਨਾ। ਫਿਰੋਜ਼ ਸ਼ਾਹ ਤੁਗਲਕ ਕੌਣ ਸੀ? ਮੁਹੰਮਦ ਬਿਨ ਤੁਗਲਕ ਦੇ ਭਰਾ ਦਾ ਬੇਟਾ ਸੀਗਾ, ਕਹਿ ਸਕਦੇ ਹਾਂ ਆਪਾਂ। ਸੋ ਪਿਛਲੇ ਲੈਕਚਰ ਦੇ ਵਿੱਚ ਮੈਥੋਂ ਨਾ ਗਲਤੀ ਹੋ ਗਈ ਸੀ, ਇਹਨੂੰ ਮੁਹੰਮਦ ਬਿਨ ਤੁਗਲਕ ਦਾ ਬੇਟਾ ਕਹਿਤਾ ਸੀ ਮੈਂ। ਅਸਲ ਦੇ ਵਿੱਚ ਇਹ ਉਹਦੇ ਭਰਾ ਦਾ ਬੇਟਾ ਸੀਗਾ। ਉਹਦਾ ਭਰਾ ਸੀਗਾ ਇੱਕ ਰਜ਼ਬ। ਰਜ਼ਬ ਦਾ ਬੇਟਾ ਸੀ ਜੀ ਇਹ, ਉਹਦਾ ਭਤੀਜਾ ਸੀ। ਰਜ਼ਬ ਦਾ ਬੇਟਾ ਸੀਗਾ ਇਹ। ਸੋ ਇਹ ਮਾਤਾ ਜੈਲਾ ਸੀ ਜਿਹੜੀ, ਉਹਦਾ ਬੇਟਾ ਸੀ। ਹਿੰਦੂ ਸੀਗੀ ਇਹ, ਹਿੰਦੂ ਉਹਦਾ ਬੇਟਾ ਸੀ ਜੀ। ਇਹ ਧਾਰਮਿਕ ਵਿਚਾਰਾਂ ਵਾਲਾ ਬੰਦਾ ਸੀ। ਇਹਦਾ ਪੀਰੀਅਡ ਸੀ ਜਿਹੜਾ 1351 ਤੋਂ 1388 ਤੱਕ। ਸੋ ਇਹਦਾ ਪੀਰੀਅਡ ਸੀਗਾ ਪੂਰਾ। ਦਿੱਲੀ ਸਲਤਨਤ ਦੇ ਵਿੱਚ ਸਮਾਂ ਸੀ ਇਹਦਾ। ਫਿਰੋਜ਼ ਸ਼ਾਹ ਤੁਗਲਕ ਦਾ ਬੜਾ ਵਧੀਆ ਬੰਦਾ ਸੀ, ਧਾਰਮਿਕ ਵਿਚਾਰਾਂ ਵਾਲਾ ਬੰਦਾ ਸੀ। ਇਹਨੇ ਬੜੇ ਮਤਲਬ ਸਾਮਰਾਜ ਦੇ ਭਲਾਈ ਪੱਖਾਂ ਲਈ ਕੰਮ ਕੀਤਾ ਸੀ। ਦੀਵਾਨ-ਏ ਖੈਰਾਤ ਵਿਭਾਗ ਦੀ ਇਹਨੇ ਸਥਾਪਨਾ ਕੀਤੀ ਸੀ। ਸੋ ਆਪਸ਼ਨ ਨੰਬਰ 4 ਸਹੀ ਸੀ ਜੀ। ਸੋ ਅਗਲਾ ਪ੍ਰਸ਼ਨ ਕਰਦੇ ਹਾਂ ਦੋਸਤੋ। ਇਹਨਾਂ ਵਿੱਚੋਂ ਕਿਹੜਾ ਫਿਰੋਜ਼ ਸ਼ਾਹ ਤੁਗਲਕ ਦੁਆਰਾ ਵਸਾਇਆ ਸ਼ਹਿਰ ਨਹੀਂ ਹੈ? ਪੁੱਛਿਆ ਜੀ, ਨਹੀਂ ਹੈ। ਸੋ ਜਦੋਂ ਵੀ ਤੁਸੀਂ MCQ ਦੇ ਵਿੱਚ ਹੱਲ ਕਰੋਗੇ MCQ ਨੂੰ, ਤਾਂ ਨਹੀਂ ਵਾਲਾ ਹੋਊਗਾ ਜਿਹੜਾ ਪ੍ਰਸ਼ਨ, ਉਹਨੂੰ ਤੁਸੀਂ ਇਸ ਤਰ੍ਹਾਂ ਨਾ ਟਿਕ ਕਰ ਲਿਓ ਨਹੀਂ ਨੂੰ, ਤਾਂ ਜੋ ਨਾ ਪ੍ਰਸ਼ਨ ਤੁਹਾਡੇ ਸਮਝ 'ਚ ਆ ਜਾਵੇ ਵੀ ਨਹੀਂ ਪੁੱਛਿਆ ਹੈਗਾ। ਕਈ ਵਾਰ ਅਸੀਂ ਇਸ ਤਰ੍ਹਾਂ 'ਤੇ ਉਲਝ ਜਾਂਦੇ ਹਾਂ ਪ੍ਰਸ਼ਨਾਂ ਦੇ ਵਿੱਚ। ਫਿਰੋਜ਼ ਸ਼ਾਹ ਤੁਗਲਕ ਨੇ ਬਹੁਤ ਸਾਰੇ ਸ਼ਹਿਰ ਵਸਾਏ ਸੀ, ਇਹ ਧਿਆਨ 'ਚ ਰੱਖਿਓ। ਸੋ ਉਹਨੇ ਪੁੱਛਿਆ ਵੀ ਇਹਨਾਂ ਦੇ ਵਿੱਚੋਂ ਕਿਹੜਾ ਨਹੀਂ ਸੀ? ਫਤਿਹਗੜ੍ਹ ਵਸਾਇਆ ਸੀ। ਫਤਿਆਬਾਦ ਬੋਲਿਆ ਜਾਂਦਾ ਫਤਿਹਗੜ੍ਹ ਨੂੰ। ਫਤਿਆਬਾਦ ਦੇ ਧਿਆਨ 'ਚ ਰੱਖਿਓ। ਫਿਰੋਜ਼ਾਬਾਦ ਠੀਕ ਹੈ। ਤੁਗਲਕਾਬਾਦ ਨਹੀਂ ਸੀਗਾ। ਜੌਨਪੁਰ ਹੈਗਾ ਸੀ। ਜੌਨਪੁਰ ਉਹਨੇ ਮਤਲਬ ਜੋਨਾ ਖਾਂ ਦੀ ਯਾਦ ਦੇ ਵਿੱਚ ਵਸਾਇਆ ਸੀ ਨਗਰ, ਸ਼ਹਿਰ। ਜੋਨਾ ਖਾਂ ਕੌਣ ਸੀ? ਮੁਹੰਮਦ ਬਿਨ ਤੁਗਲਕ ਸੀ, ਜਿਹਨੂੰ ਪੜ੍ਹਿਆ ਲਿਖਿਆ ਮੂਰਖ ਬੋਲਿਆ ਜਾਂਦਾ ਹੈ। ਪੜ੍ਹਿਆ ਲਿਖਿਆ ਦਿੱਲੀ ਸਲਤਨਤ ਦਾ ਪੜ੍ਹਿਆ ਲਿਖਿਆ ਬਾਦਸ਼ਾਹ, ਮੂਰਖ ਬਾਦਸ਼ਾਹ। ਸੋ ਜੌਨਪੁਰ ਉਹਦਾ ਨਾਂ ਸੀ, ਜੋਨਾ ਖਾਂ। ਅਤੇ ਇਹ ਮਤਲਬ ਇਹਨੇ ਨਹਿਰਾਂ ਦੀ ਖੁਦਵਾਈ ਵੀ ਕਰਵਾਈ ਸੀ ਫਿਰੋਜ਼ ਸ਼ਾਹ ਤੁਗਲਕ ਨੇ। ਬਹੁਤ ਸਾਰੀਆਂ ਨਹਿਰਾਂ ਦੀ ਖੁਦਵਾਈ ਕਰਵਾਈ। ਇੱਕ ਨਾ ਇਹਨੇ ਇੱਕ ਗੱਲ ਕਰੀ ਸੀ ਵੀ ਜਿਹੜੇ ਨਾ ਤੋਹਫੇ ਮਿਲਦੇ ਸੀ, ਭੇਟਾ ਮਿਲਦੀ ਹੁੰਦੀ ਸੀ ਰਾਜੇ ਨੂੰ, ਤੋਹਫੇ ਮਿਲਦੇ ਸੀ, ਉਹ ਇਹਨੇ ਬੰਦ ਕਰਵਾ ਦਿੱਤੇ ਸੀਗੇ। ਬਹੁਤ ਸਾਰੇ ਲੋਕ ਰਾਜੇ ਨੂੰ ਖੁਸ਼ ਕਰਨ ਵਾਸਤੇ ਭੇਟਾ ਦਿੰਦੇ, ਭੇਟਾ ਮਤਲਬ ਜਿਵੇਂ ਕੋਈ ਗਿਫਟ ਦਿੰਦੇ, ਤੋਹਫੇ ਦਿੰਦੇ, ਉਹ ਇਹਨੇ ਬੰਦ ਕਰਾਤੇ ਸੀ ਫਿਰੋਜ਼ ਸ਼ਾਹ ਤੁਗਲਕ ਨੇ। ਇਹ ਪ੍ਰਸ਼ਨ ਪੁੱਛਿਆ ਗਿਆ ਕਈ ਵਾਰ ਵੀ ਸੁਲਤਾਨ ਨੂੰ ਮਿਲਣ ਵਾਲੇ ਤੋਹਫੇ ਕਿਹੜੇ ਸੁਲਤਾਨ ਨੇ ਬੰਦ ਕਰਵਾਏ? ਫਿਰੋਜ਼ ਸ਼ਾਹ ਤੁਗਲਕ ਨੇ।
ਸੋ ਇਸ ਪ੍ਰਸ਼ਨ ਦੇ ਅਨੁਸਾਰ ਆਪਸ਼ਨ ਨੰਬਰ 3 ਸਹੀ ਹੈ ਦੋਸਤੋ। ਸੋ ਅਗਲਾ ਪ੍ਰਸ਼ਨ ਕਰਦੇ ਹਾਂ 3 ਨੰਬਰ। ਸੋ ਆਪਣਾ ਨਾ ਦੇਖੋ ਕਈ ਵਾਰ ਆਪਾਂ ਇਹ ਸੋਚਦੇ ਹਾਂ ਵੀ ਪ੍ਰਸ਼ਨ ਤਾਂ ਸਾਰੇ 20 ਹੁੰਦੇ ਆ ਹੈ ਨਾ, ਟਾਈਮ ਕਾਫੀ ਲੱਗ ਜਾਂਦਾ ਹੈ। ਪਰ 20 ਪ੍ਰਸ਼ਨਾਂ ਦੇ ਨਾਲ ਨਾਲ ਆਪਾਂ ਵੱਧ ਮਤਲਬ ਇੱਕ ਪ੍ਰਸ਼ਨ ਦੇ ਵਿੱਚ 4-4 ਪ੍ਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। 60-70 ਪ੍ਰਸ਼ਨ ਬਣ ਜਾਂਦੇ ਆ ਜੇ ਸਾਰੇ ਗੱਲ ਕਰੀਏ। ਹੱਕ ਸਰਵ ਟੈਕਸ ਕੀ ਸੀਗਾ? ਸਿੰਚਾਈ ਕਰ, ਭੂਮੀ ਕਰ, ਹਾਜੇ ਕਰ, ਧਾਰਮਿਕ ਕਰ। ਸੋ ਇਹ ਸੀਗਾ ਜੀ ਸਿੰਚਾਈ ਕਰ ਸੀਗਾ। ਇਹ ਸਿੰਚਾਈ ਕਰ ਸੀ ਹੱਕ ਸਰਵ। ਇਹ ਸਿੰਚਾਈ ਕਰ ਦੋ ਟੈਕਸ ਸੀ, ਇੱਕ ਤਾਂ ਹੱਕ ਸਰਵ ਸੀਗਾ, ਇੱਕ ਹਾਵ ਏ ਸਰਬ। ਹੱਕ ਸਰਬ ਤੇ ਹਾਵ ਏ ਸਰਬ, ਇਹ ਦੋ ਟੈਕਸ ਸੀ ਸਿੰਚਾਈ ਕਰ ਸੀ ਜਿਹੜੇ ਫਿਰੋਜ਼ ਸ਼ਾਹ ਤੁਗਲਕ ਨੇ ਲਵਾਏ ਹੋਏ ਸੀਗੇ ਸਿੰਚਾਈ ਦੇ। ਤਾਂ ਫਿਰ ਇਹ ਟੈਕਸ ਲਾਉਣ ਦਾ ਮਤਲਬ ਇਹ ਸੀ ਜਦੋਂ ਇਹਨੇ ਨਹਿਰਾਂ ਖੁਦਵਾਈਆਂ ਤਾਂ ਇਹਦਾ ਬਹੁਤ ਸਾਰਾ ਧਨ ਖਰਚ ਹੋ ਗਿਆ ਸੀ। ਨਹਿਰਾਂ ਨਾਲ ਜਿਹੜੀ ਭੂਮੀ ਨੂੰ ਸਿੰਚਾਈ ਹੁੰਦੀ ਸੀ, ਜਿਹੜੀ ਭੂਮੀ 'ਚ ਪਾਣੀ ਜਾਂਦਾ ਸੀ, ਉਹ ਤੋਂ ਇਹ ਟੈਕਸ ਲਿਆ ਜਾਂਦਾ ਸੀ। ਸੋ ਇਹਦੇ ਨਾਲ ਰਿਲੇਟ ਹੋ ਜਾਊਗਾ ਵੀ ਜਿਹੜੇ ਨੇ ਨਹਿਰਾਂ ਖੁਦਵਾਈਆਂ, ਪਾਣੀ ਪਹੁੰਚਾਇਆ ਖੇਤਾਂ 'ਚ, ਉਹੀ ਫਿਰ ਸਿੰਚਾਈ ਕਰ ਲਊਗਾ ਨਾ, ਉਹੀ ਰਾਜਾ। ਸੋ 2-3 ਪ੍ਰਸ਼ਨ ਕਲੀਅਰ ਹੋ ਗਏ। ਸੋ ਅਗਲਾ ਪ੍ਰਸ਼ਨ ਜੀ 4 ਨੰਬਰ। ਜੀਤਲ ਅਤੇ ਟੰਕਾ ਕਿਸ ਧਾਨ ਤੋਂ ਬਣਾਏ ਗਏ ਹਨ? ਸੋ ਇਹ ਸਿੱਕੇ ਸੀ ਜੀ। ਜੀਤਲ ਤੇ ਟੰਕਾ ਦੋ ਸਿੱਕੇ ਚਲਾਏ ਸੀ। ਇਹ ਪਹਿਲਾਂ ਤਾਂ ਚਲਾਏ ਕਿਹਨੇ ਸੀ? ਇਲਤੁਤਮਿਸ ਨੇ। ਇਲਤੁਤਮਿਸ ਨੇ ਚਲਾਏ ਸੀ। ਇਹ ਕੁਤਬਦੀਨ ਐਬਕ ਦਾ ਦਾਸ ਸੀ, ਦਾਸਾਂ ਦਾ ਦਾਸ ਵੀ ਬੋਲਿਆ ਜਾਂਦਾ ਇਹਨੂੰ। ਦਿੱਲੀ ਸਲਤਨਤ ਦਾ ਦੂਸਰਾ ਰਾਜਾ ਸੀ ਇਹ। ਇਹਨੇ ਦੋ ਸਿੱਕੇ ਚਲਾਏ ਸੀ, ਜੀਤਲ ਤੇ ਟੰਕਾ। ਕਿਹੜੀ ਧਾਤ ਦੇ ਬਣੇ ਹੋਏ ਸੀ? ਸੋ ਜਿਹੜਾ ਸੀਗਾ ਟੰਕਾ ਸੀਗਾ ਉਹ ਤਾਂ ਬਣਿਆ ਹੋਇਆ ਸੀ ਚਾਂਦੀ ਦਾ। ਟੰਕਾ ਬਣਿਆ ਹੋਇਆ ਸੀ ਚਾਂਦੀ ਦਾ ਜੀ। ਤੇ ਜਿਹੜਾ ਦੂਸਰਾ ਸੀਗਾ ਜੀਤਲ, ਉਹ ਬਣਿਆ ਹੋਇਆ ਸੀ ਤਾਂਬੇ ਦਾ। ਸੋ ਇੱਥੇ ਤੁਸੀਂ ਨੋਟ ਕਰ ਲਿਓ। ਆਪਸ਼ਨ ਨੰਬਰ 4 ਸਹੀ ਹੋ ਗਿਆ। ਫਿਰ ਦੇਖੋ ਚਾਂਦੀ ਤੇ ਤਾਂਬਾ ਤੇ ਚਾਂਦੀ, ਜਿਹੜਾ ਜੀਤਲ ਹੋ ਗਿਆ ਤਾਂਬੇ ਦਾ, ਜਿਹੜਾ ਟੰਕਾ ਹੋ ਗਿਆ ਚਾਂਦੀ ਦਾ। ਸੋ ਇਹ ਧਾਤ ਦੇ ਬਣੇ ਹੋਏ ਸੀ। ਆਪਸ਼ਨ ਨੰਬਰ 4 ਸਹੀ ਹੋ ਗਈ। ਇਲਤੁਤਮਿਸ ਨੇ ਇਹ ਦੋਨੇ ਸਿੱਕੇ ਚਲਵਾਏ ਸੀ ਦਿੱਲੀ ਸਲਤਨਤ ਦਾ। ਮਤਲਬ ਉਹ ਬਾਦਸ਼ਾਹ ਮੰਨਿਆ ਜਾਂਦਾ, ਇਹਨੂੰ ਦਾਸਾਂ ਦਾ ਦਾਸ ਬੋਲਿਆ ਜਾਂਦਾ। 5 ਨੰਬਰ ਪ੍ਰਸ਼ਨ ਦੋਸਤੋ। ਸਲਤਨਤ ਕਾਲ ਦੀ ਆਮਦਨ ਦਾ ਮੁੱਖ ਸਾਧਨ ਕਿਹੜਾ ਸੀ? ਖੇਤੀਬਾੜੀ ਤੋਂ ਪ੍ਰਾਪਤ ਕਰ ਜਾਂ ਲਗਾਨ, ਵਣਜ ਤੇ ਵਪਾਰ ਤੋਂ ਪ੍ਰਾਪਤ ਕਰ, ਲੁੱਟ ਤੇ ਦੇ ਮਾਲ ਤੋਂ ਕਰ, ਆਪਣੇ ਅਧੀਨ ਸ਼ਾਸਕਾਂ ਤੋਂ ਪ੍ਰਾਪਤ ਕਰ। ਸੋ ਸਲਤਨਤ ਕਾਲ, ਦਿੱਲੀ ਸਲਤਨਤ ਕਾਲ ਦੀ ਆਮਦਨ ਦਾ ਮੁੱਖ ਸਾਧਨ ਪੁੱਛਿਆ। ਜੇ ਤਾਂ ਦੇਖੋ ਮੁੱਖ ਨਾ ਪਾਇਆ ਹੋਵੇ, ਇਕੱਲਾ ਸਾਧਨ ਪੁੱਛਿਆ ਹੋਵੇ ਆਮਦਨ ਦਾ ਸਾਧਨ, ਫਿਰ ਤਾਂ ਇਹ ਸਾਰੀਆਂ ਚੀਜ਼ਾਂ ਹੋ ਜਾਣਗੀਆਂ। ਥੋੜ੍ਹੀ ਥੋੜ੍ਹੀ ਪ੍ਰਾਪਤੀ ਸਾਰੀਆਂ ਤੋਂ ਹੁੰਦੀ ਸੀ, ਪਰ ਮੁੱਖ ਸਾਧਨ ਕੀ ਸੀ? ਖੇਤੀਬਾੜੀ। ਹੁਣ ਮੁੱਖ ਦੀ ਕੀ ਗੱਲ ਹੈ? ਲੁੱਟ ਦੇ ਮਾਲ ਤੋਂ ਕਰ। ਦੇਖੋ ਇਹ ਜ਼ਰੂਰੀ ਥੋੜ੍ਹੀ ਸੀ ਵੀ ਹਰ ਵਕਤ ਲੁੱਟ ਹੀ ਕਰਦੇ ਸੀ ਉਹ, ਉੱਥੋਂ ਹੀ ਸਾਮਰਾਜ ਚਲਾਉਂਦੇ ਸੀ। ਪਰ ਜਦੋਂ ਵੀ ਕਿਤੇ ਕਿਸੇ ਸਾਮਰਾਜ ਨਾਲ ਮਤਲਬ ਲੜਾਈ ਹੁੰਦੀ ਸੀ, ਉੱਥੋਂ ਜਿੰਨੀ ਕੁ ਲੁੱਟ ਹੁੰਦੀ ਸੀ, ਉਹ ਆਮਦਨ ਵੀ ਸਾਮਰਾਜ ਦੇ ਖਜ਼ਾਨੇ ਵਿੱਚ ਆਉਂਦੀ ਸੀਗੀ, ਕਿ ਰਾਜ ਦੇ ਖਜ਼ਾਨੇ ਵਿੱਚ ਆਉਂਦੀ ਸੀ। ਤੇ ਬਾਕੀ ਹੋਰ ਸ਼ਾਸਕਾਂ ਤੋਂ ਵੀ ਪ੍ਰਾਪਤ ਕਰ ਲੈਂਦੇ ਸੀ। ਪਰ ਮੁੱਖ ਸਾਧਨ ਜਿਹੜਾ ਜੀ ਤੇ ਨਿਰਭਰ ਸੀ, ਉਹ ਖੇਤੀਬਾੜੀ ਸੀਗੀ। ਉਹਦੇ ਉੱਤੇ ਲਗਾਇਆ ਹੋਇਆ ਲਗਾਨ ਜਾਂ ਕਰ ਸੀ ਜਾਂ ਟੈਕਸ ਸੀ, ਉਹ ਤੋਂ ਹੀ ਸਲਤਨਤ ਦਾ ਜਿਹੜਾ ਹੈਗਾ ਆਮਦਨ ਦਾ ਸਾਧਨ ਸੀਗਾ। ਆਪਸ਼ਨ ਨੰਬਰ 1 ਨੂੰ ਨੋਟ ਕਰ ਲਿਓ, ਸਹੀ ਹੈ ਜੀ। 6 ਨੰਬਰ ਪ੍ਰਸ਼ਨ। ਦੁੱਧ ਦੇਣ ਵਾਲੇ ਪਸ਼ੂਆਂ ਦੇ ਮਾਲਕਾਂ ਉੱਤੇ ਟੈਕਸ ਕਿਸ ਸ਼ਾਸਕ ਨੇ ਸ਼ੁਰੂ ਕੀਤਾ? ਬੜਾ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ ਇਹ। ਸੋ ਦੁੱਧ ਦੇਣ ਵਾਲੇ ਜਿਹੜੇ ਪਸ਼ੂ ਸੀ ਨਾ, ਉਹਨਾਂ ਤੇ ਟੈਕਸ ਲਾਉਂਦਾ ਸੀਗਾ। ਕੌਣ ਲਾਉਂਦਾ ਸੀ? ਅਲਾਉਦੀਨ ਖਿਲਜੀ। ਅਲਾਉਦੀਨ ਖਿਲਜੀ ਨੇ ਆਪਣੇ ਸਾਮਰਾਜ ਨੂੰ ਬੜੇ ਵਧੀਆ ਤਰੀਕੇ ਨਾਲ ਚਲਾਇਆ। ਜਦੋਂ ਇਹ ਸਲਤਨਤ ਨੂੰ ਕਾਇਮ ਕੀਤਾ, ਇਹਨੇ ਗੱਦੀ ਤੇ ਬੈਠਾ ਖਿਲਜੀ ਵੰਸ਼ ਦੀ, ਤੇ ਤਾਂ ਉਦੋਂ ਖਜ਼ਾਨਾ ਨਾ ਜ਼ਿਆਦਾ ਭਰਿਆ ਨਹੀਂ ਸੀਗਾ, ਖਾਲੀ ਸੀ। ਤਾਂ ਇਹਨੇ ਅਮੀਰਾਂ ਦੇ ਜਿਹੜੇ ਚੁਗਲ ਸੀਗੇ, ਮਤਲਬ ਚੋਜ ਸੀਗੇ ਹੈ ਨਾ, ਐਸ਼ ਪ੍ਰਸਤੀਆਂ ਸੀ, ਉਹਨਾਂ ਨੂੰ ਖਤਮ ਕੀਤਾ। ਉਹ ਪੈਸੇ ਨੂੰ ਬਚਾਇਆ। ਅਮੀਰਾਂ ਦੀਆਂ ਜਿਹੜੀਆਂ ਵਾਧੂ ਪਈਆਂ ਜ਼ਮੀਨਾਂ ਸੀ, ਉਹ ਜ਼ਬਤ ਕਰੀਆਂ ਤੇ ਉਹਨੂੰ ਖਾਲਸਾ ਭੂਮੀ ਦਾ ਨਾਂ ਦਿੱਤਾ। ਮੈਂ ਪਹਿਲਾਂ ਵੀ ਨੋਟ ਕਰਾਇਆ, ਖਾਲਸਾ ਭੂਮੀ ਕਿਹਾ ਜਾਂਦਾ ਜਿਹੜੀਆਂ ਇਹਨੇ ਭੂਮੀਆਂ ਜ਼ਬਤ ਕਰੀਆਂ। ਫਿਰ ਇਹਨੇ ਬਹੁਤ ਸਾਰੇ ਟੈਕਸ ਚਲਾਏ, ਬਾਜ਼ਾਰ ਨੂੰ ਨਿਯੰਤਰਨ ਕੀਤਾ। ਤਾਂ ਉਹਦੇ ਵਿੱਚ ਜਿਹੜੇ ਪਸ਼ੂ ਦੁੱਧ ਦਿੰਦੇ ਸੀ, ਉਹਨਾਂ ਤੇ ਵੀ ਟੈਕਸ ਲਾਇਆ ਇਹਨੇ, ਥੋੜ੍ਹਾ ਬਹੁਤਾ ਲਾਇਆ ਸ਼ੁਰੂ ਕੀਤਾ। ਸੋ ਆਪਸ਼ਨ ਨੰਬਰ 2 ਸਹੀ ਆ। 7 ਨੰਬਰ ਪ੍ਰਸ਼ਨ ਕਰਦੇ ਹਾਂ। ਪਹਿਲਾਂ ਦਿੱਲੀ ਸੁਲਤਾਨ ਜੀ ਨੇ ਕੱਪੜੇ ਦੀ ਫੈਕਟਰੀ ਦੀ ਸ਼ੁਰੂਆਤ ਕੀਤੀ। ਕਿਹੜਾ ਪਹਿਲਾ ਸੀਗਾ ਜਿਹਨੇ ਮਤਲਬ ਕੱਪੜੇ ਦੀ ਫੈਕਟਰੀ ਦੀ ਸ਼ੁਰੂਆਤ ਕੀਤੀ ਸੀ? ਉਹ ਆਪਸ਼ਨ ਨੰਬਰ 1 ਸਹੀ ਹੈ, ਮੁਹੰਮਦ ਬਿਨ ਤੁਗਲਕ ਸੀਗਾ ਜੀ ਉਹ। ਆਪਸ਼ਨ ਨੰਬਰ 1 ਸਹੀ ਹੈ ਦੋਸਤੋ। ਇਸ ਬੰਦੇ ਨੇ ਕੱਪੜੇ ਦੀ ਫੈਕਟਰੀ ਦੀ ਸ਼ੁਰੂਆਤ ਕੀਤੀ ਸੀ। ਇਹਦੇ ਵਿੱਚ ਆਪਾਂ ਨੋਟ ਕਰਾ ਦਈਏ, ਦੇਖੋ ਫਿਰੋਜ਼ ਸ਼ਾਹ ਤੁਗਲਕ ਬਾਰੇ ਆਪਾਂ ਪੜ੍ਹ ਚੁੱਕੇ ਹਾਂ। ਬੜੀਆਂ ਨਹਿਰਾਂ ਨੂਰਾਂ ਖਦਵਾਈਆਂ ਉਹਨੇ,
ਸਿੰਚਾਈ ਕਰ ਲਾਏ, ਬਹੁਤ ਸਾਰੇ ਸ਼ਹਿਰ ਵਸਾਏ ਹੈ ਨਾ। ਤੇ ਰਜ਼ੀਆ ਸੁਲਤਾਨਾ ਇਲਤੁਤਮਿਸ ਦੀ ਬੇਟੀ ਸੀ। ਦਿੱਲੀ ਸਲਤਨਤ ਦੀ ਪਹਿਲੀ ਔਰਤ ਸ਼ਾਸਕ ਦੇ ਤੌਰ ਤੇ ਜਾਣੀ ਜਾਂਦੀ ਹੈ। ਨੈਸਰੂਦੀਨ ਮਹਿਮੂਦ ਇਹ ਬਲਬਨ ਦਾ ਜਵਾਈ ਸੀਗਾ, ਟੋਪੀਆਂ ਵਰਛਾਉਂਦਾ ਹੁੰਦਾ ਸੀ, ਇਹ ਬਲਬਨ ਦਾ ਜਵਾਈ ਸੀ। ਬਲਬਨ ਨੇ ਮਤਲਬ ਇਹਦੇ ਨਾਲ ਆਪਣੀ ਬੇਟੀ ਵਿਆਹ ਕੇ ਆਪ ਮਤਲਬ ਵੱਡੇ ਅਹੁਦਿਆਂ ਤੇ ਬਲਬਨ ਵਿਰਾਜਮਾਨ ਹੋ ਗਿਆ ਸੀ। ਸੋ ਆਪਸ਼ਨ ਨੰਬਰ 1 ਸਹੀ ਸੀ ਪ੍ਰਸ਼ਨ ਦੇ ਅਨੁਸਾਰ। 8 ਨੰਬਰ ਪ੍ਰਸ਼ਨ ਜੀ, ਪਹਿਲਾ ਸ਼ਾਸਕ ਜਿਸ ਦੀਆਂ ਨਿਆਇਕ ਨੀਤੀਆਂ ਉਲਮਾ ਤੇ ਵੀ ਲਾਗੂ ਹੁੰਦੀਆਂ ਸੀ। ਮਤਲਬ ਕਿਹੜਾ ਸ਼ਾਸਕ ਸੀਗਾ ਦਿੱਲੀ ਸਲਤਨਤ ਦਾ ਜਿਹਦੇ ਦਰਬਾਰ ਦੇ ਵਿੱਚ ਜਿਹੜਾ ਕੋਈ ਫੈਸਲਾ ਹੁੰਦਾ ਸੀ ਉਹ ਸਾਰੇ ਲੋਕਾਂ ਤੇ ਲਾਗੂ ਹੁੰਦਾ ਸੀ। ਉਲਮਾ ਲੋਕ ਉਹ ਹੁੰਦੇ ਆ ਜਿਹੜੇ ਧਾਰਮਿਕ ਨੀਤੀ ਨਾਲ ਜੁੜੇ ਹੁੰਦੇ ਆ, ਧਰਮ ਦੇ ਪੈਗੰਬਰ ਹੁੰਦੇ ਆ, ਮਤਲਬ ਚਲਾਉਂਦੇ ਆ ਜਿਹਨੂੰ। ਸੋ ਇਹ ਕਿਹੜਾ ਸ਼ਾਸਕ ਸੀ? ਇਹ ਆਪਸ਼ਨ ਨੰਬਰ 3 ਨਾਲ ਜਾਵਾਂਗੇ ਆਪਾਂ, ਫਿਰੋਜ਼ ਸ਼ਾਹ ਤੁਗਲਕ ਸੀ। ਨਿਆਂ ਬਰਾਬਰ ਦੀ ਨੀਤੀ ਦੇ ਆਧਾਰਿਤ ਸੀ ਇਹਦਾ ਸ਼ਾਸਨ, ਫਿਰੋਜ਼ ਸ਼ਾਹ ਤੁਗਲਕ। 9 ਨੰਬਰ ਪ੍ਰਸ਼ਨ ਜੀ, ਅੱਲਾ ਨੇ ਮੈਨੂੰ ਕਈ ਦਾਤਾਂ ਬਖਸ਼ੀਆਂ ਹਨ ਅਤੇ ਇਹਨਾਂ ਵਿੱਚੋਂ ਇੱਕ ਹੈ ਸਰਵਜਨਕ ਭਵਨ ਬਣਾਉਣ ਦੀ ਚਾਹ। ਇਹ ਸ਼ਬਦ ਕਿਸਨੇ ਕਹੇ? ਸੋ ਕਿਹੜਾ ਸ਼ਾਸਕ ਸੀ ਜਿਹੜਾ ਕਹਿੰਦਾ ਵੀ ਮੈਨੂੰ ਨਾ ਅੱਲਾ ਨੇ ਇੱਕ ਦਾਤ ਬਖਸ਼ੀ ਹੈ ਵੀ ਮੈਂ ਸਰਵਜਨਕ ਭਵਨ ਬਣਾਉਂਦਾ ਰਹਿਣਾ? ਉਹ ਕਿਹੜਾ ਬੰਦਾ ਸੀ? ਤੁਸੀਂ ਇੱਥੋਂ ਗੈਸ ਕਰ ਲਿਓ ਵੀ ਕਿਹਨੇ ਨਗਰ ਵਛਾਏ ਸੀ, ਕਿਹਨੇ ਵੱਧ ਹਸਪਤਾਲ ਬਣਾਏ, ਕਿਹਨੇ ਮਤਲਬ ਵੱਧ ਦਾਸਾਂ ਦੀ ਸੇਵਾ ਕੀਤੀ, ਉਹਨਾਂ ਨੂੰ ਰੱਖਿਆ। ਸੋ ਇਹ ਸੀਗਾ ਜੀ ਫਿਰੋਜ਼ ਸ਼ਾਹ ਤੁਗਲਕ। ਇਹਦੇ ਰਾਜ ਦੇ ਵਿੱਚ ਨਾ ਆਪਸ਼ਨ ਨੰਬਰ 2 ਨੋਟ ਕਰ ਲਓ ਪਹਿਲਾਂ। 300 ਤਾਂ ਇਹਨੇ ਭਵਨ ਨਿਰਮਾਣ ਕਰਵਾਇਆ, ਨਗਰ ਵਛਾਏ, ਭਵਨ ਨਿਰਮਾਣ ਕਰਵਾਇਆ ਇਹਨੇ, ਨਗਰ ਨਿਰਮਾਣ। 100 ਇਸ ਬੰਦੇ ਨੇ ਹਸਪਤਾਲ ਬਣਾਇਆ ਸੀ। 2,80,000 ਦੇ ਕਰੀਬ ਦਾਸ ਸੀਗੇ ਇਹਦੇ ਰਾਜ ਦੇ ਵਿੱਚ ਰਹਿੰਦੇ, ਦਾਸ। ਸੋ ਇਹਨੂੰ ਦਾਸਾਂ ਵੱਡੀ ਗਿਣਤੀ ਦੇ ਵਿੱਚ ਦਾਸ ਜਿਹਦੇ ਰਹਿੰਦੇ ਸੀਗੇ ਰਾਜ 'ਚ, ਉਹ ਫਿਰੋਜ਼ ਸ਼ਾਹ ਤੁਗਲਕ ਸੀਗਾ। ਸੋ ਪ੍ਰਸ਼ਨ ਦੇ ਅਨੁਸਾਰ ਆਪਸ਼ਨ ਨੰਬਰ 2 ਸਹੀ ਹੈ ਦੋਸਤੋ। 10 ਨੰਬਰ ਪ੍ਰਸ਼ਨ, ਸਲਤਨਤ ਕਾਲ ਦਾ ਅਕਬਰ ਕਿਸ ਨੂੰ ਮੰਨਿਆ ਜਾਂਦਾ ਹੈ? ਸੋ ਦਿੱਲੀ ਸਲਤਨਤ ਕਾਲ ਦੇ ਵਿੱਚ ਨਾ ਇੱਕ ਅਜਿਹਾ ਮੰਨਿਆ ਜਾਂਦਾ ਹੈ ਵੀ ਜਿਹੜਾ ਅਕਬਰ ਦੇ ਵਾਂਗ ਰਾਜ ਕਰਦਾ ਸੀ। ਅਕਬਰ ਨੂੰ ਮੰਨਿਆ ਜਾਂਦਾ ਵੀ ਬੜਾ ਵਧੀਆ ਰਾਜਾ ਸੀ, ਉਹਦੇ ਸਲਤਨਤ ਦੇ ਵਿੱਚ ਸਾਰੇ ਲੋਕ ਸੌਖੀ ਵਸਦੇ ਸੀਗੇ, ਵਧੀਆ ਤਰੀਕੇ ਨਾਲ ਰਾਜ ਕਰਦਾ ਸੀ ਉਹ। ਨਾ ਕਿਸੇ ਨੂੰ ਵੱਧ ਟੈਕਸ ਲਾਉਂਦਾ ਸੀ, ਨਾ ਕਿਸੇ ਨੂੰ ਵੱਧ ਖੁੱਲ੍ਹ ਦਿੰਦਾ ਸੀ, ਵਧੀਆ ਸਿਸਟਮ ਸੀ ਉਹਦਾ। ਉਸੇ ਦੇ ਬਰਾਬਰ ਮੰਨਿਆ ਜਾਂਦਾ ਕਿ ਇਹਨੂੰ ਫਿਰੋਜ਼ ਸ਼ਾਹ ਤੁਗਲਕ ਨੂੰ। ਇਹ ਪ੍ਰਸ਼ਨ ਬਹੁਤ ਵਾਰ ਪੇਪਰ 'ਚ ਆਇਆ ਹੋਇਆ ਹੈ। ਸਲਤਨਤ ਕਾਲ ਦਾ ਅਕਬਰ ਕਿਹਨੂੰ ਕਿਹਾ ਜਾਂਦਾ ਹੈ? ਫਿਰੋਜ਼ ਸ਼ਾਹ ਤੁਗਲਕ ਨੂੰ। ਇਹਨੂੰ ਉਪਾਧੀ ਦਿੱਤੀ ਸੀ ਅਕਬਰ ਦੀ। ਸੋ ਆਪਸ਼ਨ ਨੰਬਰ 2 ਨੋਟ ਕਰ ਲਿਓ ਜੀ। 11 ਨੰਬਰ ਪ੍ਰਸ਼ਨ, ਤੈਮੂਰ ਨੇ 1398 ਈਸਵੀ ਵਿੱਚ ਭਾਰਤ ਤੇ ਹਮਲਾ ਦਿੱਲੀ ਸਲਤਨਤ ਦੇ ਕਿਹੜੇ ਸ਼ਾਸਕ ਦੇ ਸਮੇਂ ਕੀਤਾ? ਸੋ ਮੁਹੰਮਦ ਮਹਿਮੂਦ ਸ਼ਾਹ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਨੁਸਰਤ ਸ਼ਾਹ ਜਾਂ ਅਬੂ ਬਕਰ? ਸੋ ਇਹ ਕੀਤਾ ਸੀਗਾ ਜੀ ਮਹਿਮੂਦ ਸ਼ਾਹ ਤੁਗਲਕ ਦੇ ਸਮੇਂ ਦੇ ਵਿੱਚ, 1398 ਦੇ ਵਿੱਚ। ਤੁਗਲਕ ਵੰਸ਼ ਦਾ ਇਹ ਆਖਰੀ ਰਾਜਾ ਸੀਗਾ, ਆਖਰੀ ਮਹਿਮੂਦ ਸ਼ਾਹ ਤੁਗਲਕ। ਇਹਦੋਂ ਮਤਲਬ ਜਦੋਂ ਇਹਦੇ ਸਮੇਂ ਤੈਮੂਰ ਨੇ 1398 'ਚ ਹਮਲਾ ਕੀਤਾ ਤਾਂ ਇਹਦੀ ਮੌਤ ਤੋਂ ਬਾਅਦ ਤੁਗਲਕ ਵੰਸ਼ ਖਤਮ ਹੋ ਗਿਆ। ਤੈਮੂਰ ਨੇ ਮਤਲਬ ਅੱਗੇ ਸੈਯਦ ਵੰਸ਼ ਦੀ ਸਥਾਪਨਾ ਕੀਤੀ, ਖਿਜ਼ਰ ਖਾਂ ਨੇ ਕੀਤੀ ਸੀ। ਤੈਮੂਰ ਦਾ ਮਤਲਬ ਨੇੜੇ ਦਾ ਦੋਸਤ ਸੀਗਾ ਉਹ, ਇਹਦੇ ਨਾਲ ਹੀ ਰਲ ਕੇ ਖਿਜ਼ਰ ਖਾਂ ਨੇ 1398 'ਚ ਤੈਮੂਰ ਦੇ ਨਾਲ ਰਲ ਕੇ ਦਿੱਲੀ ਤੇ ਭਾਰਤ ਤੇ ਹਮਲਾ ਕਰਵਾਇਆ ਸੀ। ਸੋ ਤੁਸੀਂ ਸਮਝ ਗਏ ਹੋਵੋਗੇ, ਆਪਸ਼ਨ ਨੰਬਰ 1 ਸਹੀ ਹੈ ਜੀ। ਇਹਨੂੰ ਨੋਟ ਰੱਖ ਲਿਓ ਗੱਲ ਨੂੰ ਵੀ ਇਸ ਬੰਦੇ ਦੀ ਮੌਤ ਤੋਂ ਬਾਅਦ ਤੁਗਲਕ ਵੰਸ਼ ਦਾ ਖਾਤਮਾ ਹੋ ਗਿਆ ਸੀ। ਆਖਰੀ ਸ਼ਾਸਕ ਸੀ ਇਹ ਮਹਿਮੂਦ ਸ਼ਾਹ ਤੁਗਲਕ। ਮਹਿਮੂਦ ਸ਼ਾਹ ਦਾ ਸਮਾਂ ਵੀ ਨੋਟ ਕਰ ਲਓ। ਮਹਿਮੂਦ ਸ਼ਾਹ ਦਾ ਸਮਾਂ ਸੀ 1390 ਤੋਂ 1414। 1414 ਤੱਕ ਦੇਖੋ ਆਖਰੀ ਪੀਰੀਅਡ ਹੈਗਾ ਤੁਗਲਕ ਵੰਸ਼ ਦਾ। ਮਹਿਮੂਦ ਸ਼ਾਹ ਤੁਗਲਕ ਨੇ ਮਾਰਿਆ ਸੀ ਅਬੂ ਬਕਰ ਨੂੰ। ਅਬੂ ਬਕਰ ਨੂੰ ਮਾਰ ਕੇ ਇਹ ਗੱਦੀ 'ਚ ਬੈਠਾ 1390 ਤੇ 1390 ਤੋਂ ਲੈ ਕੇ 1398 ਦੇ ਵਿੱਚ ਜਾ ਕੇ ਮਤਲਬ ਇਹਨਾਂ ਦਾ ਹਮਲਾ ਹੋਇਆ। ਇਹ ਹਮਲਾ ਹੋਣ ਤੋਂ ਬਾਅਦ ਖਿਦੜ ਗਿਆ, ਕੰਮ ਸਾਰਾ ਖਰਾਬ ਹੋ ਗਿਆ। ਹੌਲੀ ਹੌਲੀ ਤੁਗਲਕ ਵੰਸ਼ ਖਤਮ ਹੋ ਗਿਆ ਸੀ ਤੇ ਫਿਰ ਸੈਯਦ ਵੰਸ਼ ਦੀ ਸਥਾਪਨਾ ਹੁੰਦੀ ਹੈ ਖਿਜ਼ਰ ਖਾਂ ਦੁਬਾਰਾ ਅੱਗੇ ਚੱਲ ਕੇ। ਸੋ ਆਪਸ਼ਨ ਨੰਬਰ 1 ਸਹੀ ਸੀ। 12 ਨੰਬਰ ਪ੍ਰਸ਼ਨ ਕਰਦੇ ਹਾਂ, ਖਿਜ਼ਰ ਖਾਂ ਦਿੱਲੀ ਸਲਤਨਤ ਦੇ ਕਿਸ ਵੰਸ਼ ਦਾ ਮੋਢੀ ਸੀ? ਆਪਾਂ ਦੱਸ ਚੁੱਕੇ ਹਾਂ, ਸੈਯਦ ਵੰਸ਼ ਦਾ ਸੀਗਾ। ਜਦੋਂ 1398 ਦੇ ਵਿੱਚ ਤੈਮੂਰ ਨੇ ਹਮਲਾ ਕੀਤਾ, ਤੁਗਲਕ ਵੰਸ਼ ਨੂੰ ਖਾਤਮਾ ਸ਼ੁਰੂ ਕਰਤਾ, ਤਾਂ ਉਦੋਂ ਬਾਅਦ ਤੈਮੂਰ ਨਾ ਇਹ ਰਾਜ ਭਾਗ ਖਿਜ਼ਰ ਖਾਂ ਦੇ ਹਵਾਲੇ ਕਰਕੇ ਚਲਾ ਗਿਆ ਸੀ। ਹੌਲੀ ਹੌਲੀ ਖਿਜ਼ਰ ਖਾਂ ਨੇ ਸੈਯਦ ਵੰਸ਼ ਦੀ ਸਥਾਪਨਾ ਕੀਤੀ ਸੀਗੀ। ਸੋ 1414 ਦੇ ਵਿੱਚ ਸ਼ੁਰੂ ਹੋਊਗੀ ਦੇਖੋ ਸੈਯਦ ਵੰਸ਼ ਦੀ ਜਿਹੜੀ ਸ਼ੁਰੂਆਤ ਹੋਈ ਹੈ
1351 ਤੱਕ 1451 ਤੱਕ ਸੈयद ਵੰਸ਼ ਚੱਲੂਗਾ। ਖਿਜ਼ਰ ਖਾਨ ਨੇ ਤੈਮੂਰ ਦਾ ਸਾਥ ਦਿੱਤਾ ਸੀ। ਖਿਜ਼ਰ ਖਾਨ ਨੇ ਹੀ ਸੈयद ਵੰਸ਼ ਦੀ ਸਥਾਪਨਾ ਕੀਤੀ ਸੀ 1414 ਤੱਕ। 13 ਨੰਬਰ ਪ੍ਰਸ਼ਨ, ਭਾਰਤੀ ਇਤਿਹਾਸ ਵਿੱਚ ਦਰਵੇਸ਼ੀ ਰਾਜਾ ਕਿਸ ਸ਼ਾਸਕ ਨੂੰ ਕਿਹਾ ਜਾਂਦਾ ਹੈ? ਨਾਸਰੁਦੀਨ ਮਹਿਮੂਦ ਨੂੰ, ਕੁਤਬਦੀਨ ਐਬਕ ਨੂੰ, ਇਲਤੁਤਮਿਸ ਨੂੰ ਜਾਂ ਬਲਬਨ ਨੂੰ? ਸੋ ਭਾਰਤੀ ਇਤਿਹਾਸ ਦੇ ਵਿੱਚ ਦਰਵੇਸ਼ੀ ਰਾਜਾ ਨਾਸਰੁਦੀਨ ਮਹਿਮੂਦ ਨੂੰ ਬੋਲਿਆ ਜਾਂਦਾ। ਸੋ ਬਲਬਨ ਦਾ ਜਵਾਈ ਸੀ ਜੀ ਇਹ, ਗਿਆਸੂਦੀਨ ਬਲਬਨ ਦਾ, ਧਿਆਨ ਚ ਰੱਖਿਓ। ਆਪਸ਼ਨ ਨੰਬਰ 1 ਸਹੀ ਆ। 14 ਨੰਬਰ ਪ੍ਰਸ਼ਨ, ਇਹਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈ? ਸੋ ਇੱਥੇ ਫੇਰ ਨੋਟ ਕਰ ਲਿਓ ਨਹੀਂ ਵਾਲੀ ਗੱਲ। ਦੀਵਾਨ-ਏ-ਆਰਜ ਸੈਨਿਕ ਵਿਭਾਗ ਸੀ, ਠੀਕ ਹੈ ਜੀ। ਇਹ ਸੈਨਿਕ ਵਿਭਾਗ ਸੀ ਜਿਹੜਾ, ਉਹਨੂੰ ਦੀਵਾਨ-ਏ-ਆਰਜ ਬੋਲਿਆ ਜਾਂਦਾ ਸੀ। ਦੀਵਾਨ-ਏ-ਕੋਹੀ ਖੇਤੀਬਾੜੀ ਨਾਲ ਸੰਬੰਧਿਤ ਸੀ। ਮੁਹੰਮਦ ਬਿਨ ਤੁਗਲਕ ਨੇ ਚਲਾਇਆ ਸੀ, ਤੁਹਾਨੂੰ ਪਤਾ ਖੇਤੀਬਾੜੀ ਦੇ ਸੁਧਾਰ ਲਈ ਉਹਨੇ ਇੱਕ ਵਿਭਾਗ ਦੀ ਸਥਾਪਨਾ ਕੀਤੀ ਜਿਹਦਾ ਨਾਮ ਸੀ ਦੀਵਾਨ-ਏ-ਕੋਹੀ। ਦੀਵਾਨ-ਏ-ਖੈਰਾਤ ਫਿਰੋਜ਼ ਸ਼ਾਹ ਤੁਗਲਕ ਨੇ ਤਿਆਰ ਕੀਤੀ ਸੀ। ਇਹ ਵਿਭਾਗ ਨੂੰ ਗਰੀਬਾਂ, ਅਨਾਥਾਂ ਤੇ ਮੁਸਲਿਮ ਕੁੜੀਆਂ ਦੇ ਵਿਆਹ ਲਈ ਨਾਲ ਸੰਬੰਧਿਤ ਸੀਗਾ। ਇਹ ਕਾਜ਼ੀ-ਉਲ-ਕਜ਼ਾਤ ਵਿਦੇਸ਼ੀ ਕਾਰਜ ਦਾ ਮਤਰਾਲਾ। ਸੋ ਇਹ ਗਲਤ ਹੈ ਜੀ, ਇਹ ਕੋਈ ਹੈ ਨਹੀਂ ਸੀ ਵਿਭਾਗ ਇੱਦਾਂ ਦਾ। ਸੋ ਪਹਿਲੀਆਂ ਸਾਰੀਆਂ ਠੀਕ ਸੀ ਆਪਸ਼ਨ। ਪ੍ਰਸ਼ਨ ਦੇ ਅਨੁਸਾਰ ਆਪਸ਼ਨ 4 ਸਹੀ ਹੋ ਗਈ। ਦੇਖੋ 15 ਨੰਬਰ ਪ੍ਰਸ਼ਨ, ਸਲਤਨਤ ਕਾਲ ਦੇ ਸਮੇਂ ਕਾਨੂੰਨ ਤੇ ਵਿਵਸਥਾ ਨੂੰ ਕਾਇਮ ਰੱਖਣ ਵਾਲਾ ਇੰਚਾਰਜ ਕੋਤਵਾਲ, ਮੁਫਤੀ, ਮੁਸਤਫਾ, ਸਿੱਕਦਾਰ। ਸੋ ਜਿਵੇਂ ਆਪਾਂ ਅੱਜ ਕੱਲ੍ਹ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ, ਉਦੋਂ ਦਿੱਲੀ ਸਲਤਨਤ ਦਾ ਕਾਲ ਸੀ ਜਿਹੜਾ, ਉਦੋਂ ਮਤਲਬ ਕਾਨੂੰਨ ਤੇ ਵਿਵਸਥਾ ਨੂੰ ਕਾਇਮ ਰੱਖਣ ਵਾਲਾ ਇੰਚਾਰਜ ਮੁੱਖ ਹੁੰਦਾ ਸੀ। ਕੌਣ ਹੁੰਦਾ ਸੀ? ਕੋਤਵਾਲ ਹੁੰਦਾ ਸੀਗਾ। ਆਪਸ਼ਨ ਨੰਬਰ 1 ਸਹੀ ਹੈ, ਕੋਤਵਾਲ। ਕੁਤਬਦੀਨ ਐਬਕ ਦੀ ਰਾਜਧਾਨੀ ਦਿੱਲੀ ਸਲਤਨਤ ਦੇ ਆਪਾਂ ਪਹਿਲਾਂ ਲੈਕਚਰ ਕਰਵਾਏ ਨੇ, ਉਹਨਾਂ ਦੇ ਵਿੱਚੋਂ ਕੁਝ ਪ੍ਰਸ਼ਨ ਆ ਗਏ ਇਹ। ਸੋ ਉਹ ਸੀਗੀ ਲਾਹੌਰ। ਦੇਖੋ ਕੁਤਬਦੀਨ ਐਬਕ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਕੁਤਬਦੀਨ ਐਬਕ ਦਾ ਜਿਹੜਾ ਦਾਸ ਸੀ ਇਲਤੁਤਮਿਸ, ਉਹਨੇ ਜਾ ਕੇ ਫਿਰ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ। ਸੋ ਤਾਈਓਂ ਦਿੱਲੀ ਸਲਤਨਤ ਦਾ ਮੁੱਖ ਮੋਢੀ ਹੈ ਜਿਹੜਾ, ਉਹ ਇਲਤੁਤਮਿਸ ਨੂੰ ਮੰਨਿਆ ਜਾਂਦਾ ਹੈ। ਵੈਸੇ ਮਤਲਬ ਸਥਾਪਨਾ ਕੀਤੀ ਸੀ ਦਿੱਲੀ ਸਲਤਨਤ ਦੀ ਕੁਤਬਦੀਨ ਐਬਕ ਨੇ। ਸੋ ਆਪਸ਼ਨ ਨੰਬਰ 2 ਸਹੀ ਸੀ। 17 ਨੰਬਰ ਪ੍ਰਸ਼ਨ, ਸਿਜਦਾ ਤੇ ਪੈਬੋਸ ਈਰਾਨੀ ਪਰੰਪਰਾਵਾਂ ਨੂੰ ਸ਼ੁਰੂ ਕਰਨ ਵਾਲਾ ਸ਼ਾਸਕ ਕੌਣ ਸੀ? ਇਹ 2 ਪਰੰਪਰਾਵਾਂ ਸ਼ੁਰੂ ਕੀਤੀਆਂ ਸੀਗੀਆਂ, ਬਲਬਨ ਨੇ, ਇਲਤੁਤਮਿਸ ਨੇ, ਅਲਾਉਦੀਨ ਖਿਲਜੀ, ਮੁਹੰਮਦ ਗੌਰੀ। ਸੋ ਇਹ ਸ਼ੁਰੂ ਕੀਤੀਆਂ ਸੀਗੀਆਂ ਜੀ ਬਲਬਨ ਨੇ। ਆਪਸ਼ਨ ਨੰਬਰ 1 ਸਹੀ ਆ। ਸਿਜਦਾ ਦਾ ਮਤਲਬ ਸੀ, ਬਲਬਨ ਨਾ ਜਦੋਂ ਰਾਜਾ ਬਣਿਆ, ਵੱਡੀ ਉਮਰ 'ਚ ਜਾ ਕੇ ਰਾਜਾ ਬਣਿਆ ਸੀ ਇਹ। ਇਹਨੇ, ਮੈਂ ਪਹਿਲਾਂ ਵੀ ਤੁਹਾਨੂੰ ਨੋਟ ਕਰਾਇਆ ਦੋਸਤੋ ਵੀ ਇਸ ਬੰਦੇ ਨੇ ਸੁਲਤਾਨ ਦੇ ਪਦ ਨੂੰ ਦੇਵੀ ਘੋਸ਼ਿਤ ਕਰਤਾ ਸੀ। ਦੇਵੀ ਘੋਸ਼ਿਤ ਵੀ ਇਹ ਮਤਲਬ ਪਰਮਾਤਮਾ ਦੀ ਦੇਣ ਆ ਜਿਹੜਾ ਸੁਲਤਾਨ ਦਾ ਰੁਤਬਾ ਹੈਗਾ, ਸੁਲਤਾਨ ਦਾ ਅਹੁਦਾ ਹੈਗਾ ਜਿਹੜਾ। ਤਾਂ ਇਹਨੇ ਫਿਰ 2 ਪਰੰਪਰਾਵਾਂ ਚਲਾਈਆਂ ਵੀ, ਇੱਕ ਤਾਂ ਜਦੋਂ ਮੇਰੇ ਦਰਬਾਰ 'ਚ ਆਉਣੇ ਉਦੋਂ ਸਿਜਦਾ ਕਰੋ, ਝੁਕੋ, ਸੁਲਤਾਨ ਦੇ ਮੂਹਰੇ ਝੁਕੋ, ਸਿਜਦਾ ਕਰੋ। ਪਾਬੋਸ ਦਾ ਮਤਲਬ ਸੀ ਵੀ ਸੁਲਤਾਨ ਦੇ ਪੈਰ ਛੂਹੋ। ਸੋ ਇਹ 2 ਇਹਨੇ ਪਰੰਪਰਾਵਾਂ ਚਲਵਾ ਦਿੱਤੀਆਂ ਸੀਗੀਆਂ। ਸੋ ਇਹ ਆਪਸ਼ਨ ਨੰਬਰ 1 ਸਹੀ ਹੋ ਗਿਆ ਜੀ। 18 ਨੰਬਰ ਪ੍ਰਸ਼ਨ, ਅਫਰੀਕੀ ਯਾਤਰੀ ਇਬਨ ਬਤੂਤਾ ਕਿਸ ਸ਼ਾਸਕ ਦੇ ਸਮੇਂ ਭਾਰਤ ਆਇਆ? ਮੁਹੰਮਦ ਬਿਨ ਤੁਗਲਕ, ਫਿਰੋਜ਼ ਸ਼ਾਹ ਤੁਗਲਕ, ਇਲਤੁਤਮਿਸ ਜਾਂ ਬਲਬਨ? ਆਪਾਂ ਪਹਿਲਾਂ ਕਰਵਾ ਚੁੱਕੇ ਹਾਂ ਇਹਦੇ ਬਾਰੇ, ਇਬਨ ਬਤੂਤਾ ਬਾਰੇ। ਰੋਹਿਲਾ ਕਿਤਾਬ ਲਿਖੀ ਸੀ ਇਹਨੇ, ਇਹ ਯਾਦ ਰੱਖਿਓ। ਰੋਹਿਲਾ ਇਹਦੀ ਕਿਤਾਬ ਲਿਖੀ ਹੋਈ ਹੈ। ਮੁਹੰਮਦ ਬਿਨ ਤੁਗਲਕ ਆਪਸ਼ਨ ਨੰਬਰ 1 ਸਹੀ ਹੈ, ਉਹਦੇ ਸਮੇਂ ਇਹ ਭਾਰਤ ਆਇਆ ਸੀ ਇਬਨ ਬਤੂਤਾ। ਡੇਟ ਨੋਟ ਕਰ ਲਓ, 1333 ਤੋਂ ਲੈ ਕੇ 1347 ਤੱਕ ਭਾਰਤ ਰਿਹਾ ਸੀ ਇਹ। ਸੋ ਇਹਨੂੰ ਨਾ 1342 ਦੇ ਵਿੱਚ ਮੁਹੰਮਦ ਬਿਨ ਤੁਗਲਕ ਨੇ ਰਾਜਦੂਤ ਬਣਾ ਕੇ ਚੀਨ ਭੇਜਿਆ ਸੀ। 2-3 ਗੱਲਾਂ ਹੋ ਗਈਆਂ, ਇੱਕ ਇਬਨ ਬਤੂਤਾ ਦੀ ਕਿਤਾਬ ਰੋਹਿਲਾ ਹੋ ਗਈ। 1333 ਤੋਂ ਲੈ ਕੇ 1347 ਤੱਕ ਭਾਰਤ ਰਿਹਾ। 1342 ਦੇ ਵਿੱਚ 1 ਸਾਲ ਵਾਸਤੇ ਇਹਨੂੰ ਰਾਜਦੂਤ ਬਣਾ ਕੇ ਚੀਨ ਭੇਜਿਆ ਗਿਆ ਸੀ। ਸੋ ਇਬਨ ਬਤੂਤਾ ਦੇ ਨਾਲ ਸੰਬੰਧਿਤ ਇਹੀ 3-4 ਪ੍ਰਸ਼ਨ ਬਣਦੇ ਹੁੰਦੇ ਆ। ਅਗਲਾ ਪ੍ਰਸ਼ਨ, ਸੋ ਦੋਸਤੋ ਇਹੀ ਆਪਣੇ 18 ਪ੍ਰਸ਼ਨ ਸੀਗੇ, 2 ਮਿਸ ਹੋ ਗਏ, 20 ਨੋਟ ਕਰੇ ਸੀ ਵੈਸੇ। ਸੋ ਅਗਲੇ ਲੈਕਚਰ ਦੇ ਲੈ ਕੇ ਆਵਾਂਗੇ ਜਲਦੀ ਤੁਹਾਡੇ ਲਈ। ਇਸੇ ਤਰ੍ਹਾਂ ਆਪਾਂ ਲੜੀਵਾਰ ਲੱਗੇ ਹੋਏ ਆ SST ਦਾ ਹਿਸਟਰੀ ਵਿਸ਼ੇ ਨੂੰ ਕਵਰ ਕਰਨ ਵਾਸਤੇ। ਜਿਉਂ ਹੀ ਤੁਹਾਡੀਆਂ SST ਦੀਆਂ ਪੋਸਟਾਂ ਦੇ ਸੰਬੰਧ ਦੇ ਵਿੱਚ ਕੋਈ ਨਵਾਂ ਨੋਟੀਫਿਕੇਸ਼ਨ ਆਉਂਦਾ, ਪੇਪਰ ਦੀ ਡੇਟ ਵਗੈਰਾ ਆਉਂਦੀ ਆ, ਵੈਸੇ ਤਾਂ 10 ਮਾਰਚ ਤੱਕ ਅਪਲਾਈ ਕਰਨ ਦੀ ਡੇਟ ਦਿੱਤੀ ਹੋਈ ਹੈ। ਜਿਹਨੇ ਹਾਲੇ ਤੱਕ ਅਪਲਾਈ ਨਹੀਂ ਕਰਿਆ ਉਹ ਅਪਲਾਈ ਕਰ ਸਕਦਾ 10 ਮਾਰਚ ਤੱਕ SST ਦੀਆਂ ਪੋਸਟਾਂ ਦੇ ਵਾਸਤੇ।
ਸੋ ਜਿਹਨੇ ਅਪਲਾਈ ਨਹੀਂ ਕਰਿਆ ਉਹ ਜ਼ਰੂਰ ਕਰਿਓ। ਜੇ ਕੋਈ ਤੁਹਾਡਾ ਦੋਸਤ ਰਹਿੰਦਾ ਉਹਨੂੰ ਨੋਟ ਕਰਵਾ ਦਿਓ, ਕਿਸੇ ਦੀ ਫੀਸ ਫੂਸ ਰਹਿੰਦੀ ਹੈ ਹਜੇ ਉਹ ਭਰ ਸਕਦਾ ਹੈਗਾ। ਜਦੋਂ ਅਪਲਾਈ ਦੀ ਡੇਟ ਲੰਘ ਗਈ ਅਤੇ ਨਵੀਆਂ ਸਰਕਾਰਾਂ ਦਾ ਵੀ ਵਿਗਲ ਵੱਜ ਜੂਗਾ ਉਦੋਂ, ਅਤੇ ਤੁਹਾਡੇ ਪੇਪਰ ਦੀ ਡੇਟ ਵੀ ਆ ਜਾਣੀ ਹੈ। ਇਹ ਪੋਸਟਾਂ ਸਿਰੇ ਜ਼ਰੂਰ ਲੱਗਣਗੀਆਂ ਅਤੇ ਪੇਪਰ ਦੀ ਡੇਟ ਵੀ ਤੁਹਾਡੀ ਲਗਭਗ ਮਹੀਨਾ ਸਵਾ ਮਹੀਨੇ ਦਾ ਸਮਾਂ ਮਿਲੂਗਾ ਤੁਹਾਨੂੰ। ਸੋ ਉਦੋਂ ਆਪਾਂ ਪੋਲੀਟੀਕਲ ਵੀ ਸ਼ੁਰੂ ਕਰਾਂਗੇ ਨਾਲ ਦੀ ਨਾਲ। ਅਤੇ ਆਪਣਾ ਇਹ ਪ੍ਰਾਚੀਨ ਕਾਲ ਪਹਿਲਾਂ ਖਤਮ ਹੋ ਗਿਆ, ਹੁਣ ਮੱਧ ਕਾਲ ਸ਼ੁਰੂ ਕੀਤਾ ਹੋਇਆ, ਜਲਦੀ ਖਤਮ ਕਰ ਦਿਆਂਗੇ ਇਹਨੂੰ ਆਪਾਂ। ਫਿਰ ਆਪਾਂ ਮਾਡਰਨ ਹਿਸਟਰੀ ਦਾ ਵੀ ਲੜੀਵਾਰ ਚਲਾਵਾਂਗੇ। ਜਦੋਂ ਆਪਾਂ ਇਹ ਲੜੀਵਾਰ ਖਤਮ ਕਰਤੇ ਤਿੰਨੇ ਟੌਪਿਕ, ਤਾਂ ਆਪਾਂ ਪੋਲੀਟੀਕਲ ਦਾ ਅਤੇ ਹਿਸਟਰੀ ਦਾ ਫਿਰ ਮਿਕਸ ਕਰਨ ਲੱਗ ਜਾਂਗੇ ਤੁਹਾਨੂੰ, ਤਾਂ ਜੋ ਤੁਹਾਡੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਹੋਵੇ। ਪਰ ਇਹ ਸਾਰੀ ਤਿਆਰੀ ਤੋਂ ਪਹਿਲਾਂ ਤੁਸੀਂ ਨੋਟਸ ਜ਼ਰੂਰ ਲਵੋ, ਕਿਉਂਕਿ ਆਪਣੇ MCQ ਦੀ ਸਮਝ ਉਹਨਾਂ ਨੂੰ ਫੇਰ ਆਊਗੀ ਸਾਥੀਆਂ ਨੂੰ ਜੇ ਉਹ ਨੋਟਸ ਪੜ੍ਹਨਗੇ। ਸੋ ਨੋਟਸ ਦੇ ਵਿੱਚ ਬੜਾ ਮਟੀਰੀਅਲ ਤੁਹਾਨੂੰ ਮਿਲੂਗਾ, ਤੁਸੀਂ ਸੋਚਿਆ ਵੀ ਨਹੀਂ ਹੋਣਾ ਵੀ ਇੰਨਾ ਕਿੱਥੇ, ਵੀ 10-15 ਕਿਤਾਬਾਂ ਦੇ ਵਿੱਚੋਂ ਪ੍ਰਾਪਤ ਕਰਿਆ ਹੋਇਆ ਹੈ ਨਾ, ਟਾਈਪ ਕੀਤਾ ਹੋਇਆ ਮਟੀਰੀਅਲ ਤੁਹਾਡੇ ਸਾਹਮਣੇ ਹੋਊਗਾ। ਸੋ ਜਿਹੜੀ ਤਿਆਰੀ ਤੁਸੀਂ 10-12 ਹਜ਼ਾਰ 'ਚ ਕਰਦੇ ਹੋ ਕਿਸੇ ਇੰਸਟੀਚਿਊਟ ਤੋਂ, ਉਸ ਤੁਸੀਂ ਸਿਰਫ 800 ਰੁਪਏ ਦੇ ਵਿੱਚ ਆਪਣੇ ਕੋਲੋਂ ਨੋਟਸ ਲੈ ਕੇ ਤਿਆਰੀ ਕਰ ਸਕਦੇ ਹੋ। 100% ਤਿਆਰੀ ਹੋਊਗੀ ਗਰੰਟੀ ਦੇ ਨਾਲ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਜ਼ਰੂਰ ਕਰਿਆ ਕਰੋ, ਗੱਲਬਾਤ ਦੱਸਿਆ ਕਰੋ ਕੋਈ, ਹੈ ਨਾ। ਆਪਣਾ ਲੈਕਚਰ ਕਿਵੇਂ ਲੱਗਿਆ ਤੁਹਾਨੂੰ, ਇਹਦੇ ਬਾਰੇ ਤੁਸੀਂ ਆਊਟਪੁੱਟ ਦਿਆ ਕਰੋ ਸਾਨੂੰ ਪਤਾ ਲੱਗੇ ਵੀ ਸਾਡੀਆਂ ਕਿੱਥੇ ਘਾਟਾਂ ਨੇ, ਕੀ ਪ੍ਰੋਬਲਮ ਆ ਰਹੀ ਹੈ ਨਾ, ਕੋਈ ਜਾਣਕਾਰੀ ਲੈਣੀ ਹੈ ਉਹ। ਸੋ ਕਮੈਂਟ ਜ਼ਰੂਰ ਕਰਨਾ, ਅੱਗੇ ਸ਼ੇਅਰ ਕਰ ਦਿਓ। ਸੋ ਮਿਲਦੇ ਹਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।